BTV ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਸਿਮਰਨਜੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਚੋਣਵੀਆਂ ਖਬਰਾਂ ਨਾਲ। ਬ੍ਰਿਟਿਸ਼ ਕੋਲੰਬੀਆ ਵਿੱਚ ਨਵੇਂ ਕੋਵਿਡ-19 ਦੇ ਵੇਰੀਐਂਟ ਦਾ ਪਹਿਲਾ ਕੇਸ ਕੀਤਾ ਗਿਆ ਦਰਜ, ਪ੍ਰੋਵਿੰਸ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ। 에ਅਰ ਕੈਨੇਡਾ 'ਚ ਚੱਲ ਰਹੀ ਹੈ ਪਾਇਲਟਸ ਦੀ ਕਮੀ, ਕੈਲਗਰੀ ਤੋਂ ਬਾਹਰ ਰੂਟਾਂ ਵਿੱਚ ਕੀਤੀ ਕਟੌਤੀ। RCMP ਨੇ ਰੌਕੀ ਵਿਊ ਕਾਉਂਟੀ ਦੀ ਪ੍ਰਾਪਰਟੀ ਤੋਂ 6 ਚੋਰੀ ਹੋਏ ਪਿਕਅਪ ਟਰੱਕ ਕੀਤੇ ਬਰਾਮਦ, ਮਾਮਲੇ 'ਚ ਜਾਰੀ ਕੀਤਾ ਗਿਆ ਸੀ ਸਰਚ ਵਾਰੰਟ। ਕੈਨੇਡਾ ਨੇ LGBT ਨਾਗਰਿਕਾਂ ਲਈ ਯੂਨਾਈਟਿਡ ਸਟੇਟਸ ਦੀ ਯਾਤਰਾ ਨੂੰ ਲੈ ਕੇ ਚੇਤਾਵਨੀ ਕੀਤੀ ਜਾਰੀ, ਖਤਰਿਆਂ ਬਾਰੇ ਕੀਤਾ ਆਗਾਹ। ਹੁਣ ਖਬਰਾਂ ਵਿਸਥਾਰ ਨਾਲ। ਕੈਨੇਡਾ ਦੇ ਨਵੇਂ ਕੋਵਿਡ-19 ਵੇਰੀਐਂਟ ਦਾ ਪਹਿਲਾ ਜਾਣਿਆ ਜਾਣ ਵਾਲਾ ਮਾਮਲਾ BC ਵਿੱਚ ਪਾਇਆ ਗਿਆ ਹੈ, ਜਿਸ ਦੀ ਜਾਣਕਾਰੀ ਪ੍ਰੋਵਿੰਸ ਦੇ ਸਿਹਤ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ। ਪ੍ਰੋਵਿੰਸ਼ੀਅਲ ਸਿਹਤ ਅਧਿਕਾਰੀ ਡਾਕਟਰ ਬੋਨੀ ਹੈਨਰੀ ਅਤੇ ਸਿਹਤ ਮੰਤਰੀ ਐਂਡਰੀਅਸ ਦੇ ਸਾਂਝੇ ਬਿਆਨ ਦੇ ਅਨੁਸਾਰ ਵਾਇਰਸ ਦਾ BA.2.86 ਵੇਰੀਐਂਟ ਫਰੇਜ਼ਰ ਹੈਲਥ ਖੇਤਰ ਵਿੱਚ ਕਿਸੇ ਅਜਿਹੇ ਵਿਅਕਤੀ ਵਿੱਚ ਪਾਇਆ ਗਿਆ ਸੀ ਜਿਸਨੇ ਪ੍ਰੋਵਿੰਸ ਤੋਂ ਬਾਹਰ ਦੀ ਯਾਤਰਾ ਨਹੀਂ ਕੀਤੀ ਹੈ। ਅਧਿਕਾਰੀਆਂ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਹੁਣ ਤੱਕ ਕੋਵਿਡ ਦੇ ਇਸ ਵੇਰੀਐਂਟ ਨਾਲ ਸਥਿਤੀ ਵਿੱਚ ਜ਼ਿਆਦਾ ਗੰਭੀਰਤਾ ਨਹੀਂ ਜਾਪਦੀ ਅਤੇ ਜਿਸ ਵਿਅਕਤੀ ਵਿੱਚ ਇਹ ਨਵਾਂ ਵੇਰੀਐਂਟ ਪਾਇਆ ਗਿਆ ਹੈ ਉਹ ਵੀ ਹਸਪਤਾਲ 'ਚ ਦਾਖਲ ਨਹੀਂ ਹੈ। ਅਧਿਕਾਰੀਆਂ ਨੇ ਕਿਹਾ ਕਿ ਅਸੀਂ ਇਸ ਨਵੇਂ ਰੂਪ ਦੇ ਡਾਟਾ ਦੀ ਨਿਗਰਾਨੀ ਕਰਨਾ ਜਾਰੀ ਰੱਖਾਂਗੇ ਜੋ ਕਿ ਸੰਯੁਕਤ ਰਾਜ ਸਮੇਤ ਦੁਨੀਆ ਭਰ ਵਿੱਚ ਖੋਜਿਆ ਗਿਆ ਹੈ। ਜਾਣਕਾਰੀ ਮੁਤਾਬਕ BA.2.86 ਪਹਿਲੀ ਵਾਰ ਡੈਨਮਾਰਕ ਵਿੱਚ ਜੁਲਾਈ 2023 ਵਿੱਚ ਖੋਜਿਆ ਗਿਆ ਸੀ। ਓਮਿਕਰੋਨ ਸਬ ਵੇਰੀਐਂਟ BA.2.86 ਦੀ ਇਹ ਖੋਜ BC ਵਿੱਚ ਚੱਲ ਰਹੀ ਡਾਟਾ ਨਿਗਰਾਨੀ ਨੂੰ ਦਰਸਾਉਂਦੀ ਹੈ, ਜਿਸ ਵਿੱਚ ਕੋਵਿਡ-19 ਦੇ ਲੱਛਣਾਂ ਵਾਲੇ ਲੋਕਾਂ ਦੀ ਨਿਰੰਤਰ ਜਾਂਚ ਕੀਤੀ ਜਾ ਰਹੀ ਹੈ। US ਸੈਂਟਰ ਫॉर ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੀ ਵੈਬਸਾਈਟ ਮੁਤਾਬਕ 23 ਅਗਸਤ ਤੱਕ ਦੁਨੀਆ ਭਰ ਵਿੱਚ ਵਾਇਰਸ ਦੇ 9 ਮਾਮਲੇ ਸਾਹਮਣੇ ਆਏ ਹਨ। BC ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੀਨਤਮ ਓਮਿਕਰੋਨ ਪਰਿਵਰਤਨ ਦਾ ਪਤਾ ਲਗਾਉਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਅਧਿਕਾਰੀਆਂ ਨੇ ਕਿਹਾ ਕਿ ਕੈਨੇਡਾ ਅਤੇ ਪ੍ਰੋਵਿੰਸ ਵਿੱਚ ਇਸ ਨਵੇਂ ਵੇਰੀਐਂਟ ਦਾ ਪਾਇਆ ਜਾਣਾ ਕੋਈ ਅਚਨਚੇਤ ਨਹੀਂ ਸੀ। ਉਹਨਾਂ ਕਿਹਾ ਕਿ BC ਵਿੱਚ ਲੋਕਾਂ ਲਈ ਖਤਰਾ ਨਹੀਂ ਬਦਲਿਆ ਹੈ। ਕੋਵਿਡ-19 ਵਿਸ਼ਵ ਪੱਧਰ ਤੇ ਫੈਲਣਾ ਜਾਰੀ ਹੈ ਅਤੇ ਵਾਇਰਸ ਅਨੁਕੂਲ ਬਣਨਾ ਜਾਰੀ ਰੱਖਦਾ ਹੈ। ਪ੍ਰਸਾਰਣ ਨੂੰ ਘਟਾਉਣਾ ਅਤੇ ਟੀਕਾਕਰਨ ਦੁਆਰਾ ਉੱਚ ਪੱਧਰੀ ਸੁਰੱਖਿਆ ਪ੍ਰਾਪਤ ਕਰਨਾ ਕੋਵਿਡ-19 ਦੇ ਸਾਰੇ ਰੂਪਾਂ ਦੇ ਵਿਰੁੱਧ ਸਾਡੀ ਸਭ ਤੋਂ ਉੱਤਮ ਸੁਰੱਖਿਆ ਹੈ। ਜਿਨ੍ਹਾਂ ਲੋਕਾਂ ਦਾ ਟੀਕਾਕਰਨ ਕੀਤਾ ਜਾਂਦਾ ਹੈ ਉਹਨਾਂ ਵਿੱਚ ਕੋਵਿਡ-19 ਤੋਂ ਗੰਭੀਰ ਰੂਪ ਵਿੱਚ ਬਿਮਾਰ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ ਜਾਂ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਹੋਣ ਦੀ ਲੋੜ ਵੀ ਇੰਨੀ ਜ਼ਿਆਦਾ ਨਹੀਂ ਹੁੰਦੀ। ਪ੍ਰੋਵਿੰਸ ਦੇ ਅਧਿਕਾਰੀਆਂ ਨੇ ਕਿਹਾ ਕਿ ਹਰ ਕਿਸੇ ਨੂੰ ਜਨਤਕ ਸਿਹਤ ਸਲਾਹ ਦੀ ਪਾਲਣਾ ਕਰਨੀ ਜਾਰੀ ਰੱਖਣੀ ਚਾਹੀਦੀ ਹੈ, ਜਿਸ ਵਿੱਚ ਬਿਮਾਰ ਹੋਣ ਤੇ ਘਰ ਰਹਿਣਾ, ਵਾਰ-ਵਾਰ ਹੱਥ ਧੋਣਾ ਅਤੇ ਉਚਿਤ ਹੋਣ ਤੇ ਮਾਸਕ ਪਹਿਨਣਾ ਸ਼ਾਮਲ ਹੈ। 에ਅਰ ਕੈਨੇਡਾ ਵੱਲੋਂ ਇਸ ਸਰਦੀਆਂ 'ਚ ਕੈਲਗਰੀ ਤੋਂ ਬਾਹਰ 6 ਮੁੱਖ ਰੂਟਾਂ ਨੂੰ ਹਟਾਇਆ ਜਾ ਰਿਹਾ ਹੈ, ਜਿਸ ਦੀ ਵਜ੍ਹਾ 에ਅਰ ਕੈਨੇਡਾ 'ਚ ਚੱਲ ਰਹੀ ਪਾਇਲਟਸ ਦੀ ਘਾਟ ਹੈ। 에ਅਰ ਕੈਨੇਡਾ ਦੀ 에ਅਰਲਾਈਨ ਨੇ ਪੁਸ਼ਟੀ ਕੀਤੀ ਹੈ ਕਿ ਉਹ ਅਕਤੂਬਰ ਦੇ ਅੰਤ ਤੱਕ ਕੈਲਗਰੀ ਤੋਂ ਓਟਵਾ, ਹੈਲੀਫੈਕਸ, ਲਾਸ ਐਂਜਲਸ, ਹੋਨੋਲੁਲੂ, ਕੈਨਕੂਨ ਜਾਂ ਫ੍ਰੈਂਕਫਰਟ ਲਈ ਨਾਨ ਸਟਾਪ ਉਡਾਨਾਂ ਦੀ ਪੇਸ਼ਕਸ਼ ਨਹੀਂ ਕਰੇਗੀ, ਜਿਸ ਨੂੰ ਲੈ ਕੇ 에ਅਰ ਕੈਨੇਡਾ ਦੇ ਬੁਲਾਰੇ ਪੀਟਰ ਫਿਟਜ਼ਪੈਟਰਿਕ ਦਾ ਕਹਿਣਾ ਹੈ ਕਿ ਨਾਨ ਸਟਾਪ ਫਲਾਈਟਸ ਨੂੰ ਹਟਾਉਣ ਦਾ ਉਦੇਸ਼ 에ਅਰਲਾਈਨ ਦੇ ਸਮੁੱਚੀ ਸੰਚਾਲਨ ਸਥਿਰਤਾ ਨੂੰ ਬਿਹਤਰ ਬਣਾਉਣਾ ਹੈ। ਬੁਲਾਰੇ ਨੇ ਕਿਹਾ ਕਿ 에ਅਰ ਕੈਨੇਡਾ ਨੂੰ ਪਾਇਲਟ ਦੀ ਮੌਜੂਦਾ ਘਾਟ ਦੇ ਨਾਲ-ਨਾਲ ਸਪਲਾਈ ਚੇਨ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰਕੇ 에ਅਰਲਾਈਨ ਤੇ ਇਸ ਸਮੇਂ ਜ਼ਿਆਦਾ ਦਬਾਅ ਬਣਿਆ ਹੋਇਆ ਹੈ ਅਤੇ ਇਸ ਦੇ ਨਾਲ ਹੀ 에ਅਰਲਾਈਨ ਲਈ ਸਮੇਂ ਤੇ ਹਵਾਈ ਜਹਾਜ਼ ਦਾ ਰੱਖ-ਰਖਾਅ ਪੂਰਾ ਕਰਨਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਬੁਲਾਰੇ ਨੇ ਜਾਣਕਾਰੀ ਦਿੱਤੀ ਕਿ 에ਅਰ ਕੈਨੇਡਾ ਕੈਲਗਰੀ ਅਤੇ ਵੈਸਟਰਨ ਕੈਨੇਡੀਅਨ ਮਾਰਕੀਟ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਸਰਦੀਆਂ ਵਿੱਚ ਕੈਲਗਰੀ ਤੋਂ ਹਫ਼ਤਾਵਾਰੀ ਲਗਭਗ 10,000 ਸੀਟਾਂ ਦੀ ਪੇਸ਼ਕਸ਼ ਕਰੇਗਾ। ਤੁਹਾਨੂੰ ਦੱਸ ਦਈਏ ਕਿ ਅਗਸਤ ਦੇ ਮਹੀਨੇ ਤੋਂ 에ਅਰ ਕੈਨੇਡਾ ਨੇ ਆਪਣੇ ਪਲੈਨਡ ਵਿੰਟਰ ਫਲਾਈਂਗ ਨੈਟਵਰਕ ਵਾਈਡ ਨੂੰ 4.6% ਘਟਾ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਪਹਿਲਾਂ ਤੋਂ ਪਲਾਨ ਕੀਤੀ ਹੋਈ ਵਿੰਟਰ ਸੀਟ ਕੈਪੈਸਿਟੀ ਨੂੰ 2% ਤੱਕ ਘਟਾ ਦਿੱਤਾ ਹੈ। ਦੱਖਣੀ ਐਲਬਰਟਾ RCMP ਨੇ ਰੌਕੀ ਵਿਊ ਕਾਉਂਟੀ ਵਿੱਚ ਇੱਕ ਸਰਚ ਵਾਰੰਟ ਨੂੰ ਲਾਗੂ ਕਰਨ ਤੋਂ ਬਾਅਦ ਵੱਡੀ ਮਾਤਰਾ ਵਿੱਚ ਚੋਰੀ ਕੀਤੇ ਪਿਕਅਪ ਟਰੱਕ ਬਰਾਮਦ ਕੀਤੇ ਹਨ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਪਿਛਲੇ ਵੀਰਵਾਰ ਨੂੰ ਸਾਊਦਰਨ ਐਲਬਰਟਾ ਡਿਸਟ੍ਰਿਕਟ ਕ੍ਰਾਈਮ ਰਿਡਕਸ਼ਨ ਯੂਨਿਟ ਨੇ ਕੈਲਗਰੀ ਦੇ ਪੂਰਬ ਵਿੱਚ ਇੱਕ ਰੂਰਲ ਪ੍ਰਾਪਰਟੀ ਦੀ ਖੋਜ ਕੀਤੀ। ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਚੋਰੀ ਹੋਈ ਫੋਰਡ F350 ਰੇਂਜ ਰੋਡ 284 ਤੇ ਇੱਕ ਜਾਇਦਾਦ ਵਿੱਚ ਹੈ ਅਤੇ ਨਤੀਜੇ ਵਜੋਂ ਉਹਨਾਂ ਨੂੰ ਖੋਜ ਵਾਰੰਟ ਦਿੱਤਾ ਗਿਆ ਸੀ।
ਜਿਸ ਬਾਰੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਚੋਰੀ ਕੀਤਾ ਗਿਆ ਫੋਰਡ F350 ਰੇਂਜ ਰੋਡ 284 ਦੀ ਪ੍ਰਾਪਰਟੀ ਤੇ ਦੇਖਿਆ ਗਿਆ ਹੈ, ਜਿਸ ਦੇ ਨਤੀਜੇ ਵੱਲੋਂ RCMP ਵੱਲੋਂ ਸਰਚ ਵਾਰੰਟ ਜਾਰੀ ਕੀਤਾ ਗਿਆ ਸੀ ਅਤੇ ਜਦੋਂ RCMP ਦੇ ਅਧਿਕਾਰੀ ਜਗ੍ਹਾ ਤੇ ਪਹੁੰਚੇ ਤਾਂ ਉੱਥੇ ਉਹਨਾਂ ਨੂੰ 6 ਚੋਰੀ ਹੋਏ ਪਿਕਅਪ ਟਰੱਕ ਮਿਲੇ। RCMP ਨੇ ਜਾਣਕਾਰੀ ਦਿੱਤੀ ਕਿ ਮਾਮਲੇ ਵਿੱਚ 5 ਵਿਅਕਤੀਆਂ ਤੇ $5000 ਤੋਂ ਵੱਧ ਦੀ ਪ੍ਰਾਪਰਟੀ ਤੇ ਕਬਜ਼ਾ ਕਰਨ ਦੇ ਇਲਜ਼ਾਮ ਲੱਗੇ ਹਨ, ਜਿਸ ਵਿੱਚੋਂ ਇੱਕ ਡੋਮਸ ਨਾਂ ਦੇ ਇੱਕ ਵਿਅਕਤੀ ਨੂੰ ਏਅਰਟਰੀ ਦੀ ਅਦਾਲਤ ਵੱਲੋਂ ਰਿਹਾ ਕਰ ਦਿੱਤਾ ਗਿਆ ਹੈ, ਜਦੋਂ ਕਿ ਬਾਕੀ ਦੇ 4 ਨੂੰ ਅਜੇ ਹਿਰਾਸਤ ਵਿੱਚ ਲਿਆ ਗਿਆ ਹੈ। ਦੱਖਣੀ ਐਲਬਰਟਾ RCMP ਦਾ ਕਹਿਣਾ ਹੈ ਕਿ ਰਾਫਟਿੰਗ ਯਾਤਰਾ ਦੌਰਾਨ ਲਾਪਤਾ ਹੋਏ 3 ਲੋਕਾਂ ਨੂੰ ਲੱਭ ਲਿਆ ਗਿਆ ਹੈ ਅਤੇ ਉਹ ਸੁਰੱਖਿਅਤ ਹਨ। ਲੈਥਬ੍ਰਿਜ ਪੁਲਿਸ ਨੇ ਇੱਕ ਅਪਡੇਟ ਜਾਰੀ ਕਰਦਿਆਂ ਕਿਹਾ ਕਿ ਮਾਂ, ਪੁੱਤਰ ਅਤੇ ਮਾਂ ਦੇ ਬॉयਫ੍ਰੈਂਡ ਨੂੰ ਹੈਲੋ 에ਅਰ ਐਂਬੂਲੈਂਸ ਦੁਆਰਾ ਸ਼ਹਿਰ ਦੇ ਦੱਖਣ ਵਿੱਚ ਲੱਭਿਆ ਗਿਆ ਸੀ, ਜਿਸ ਨੇ RCMP ਦੁਆਰਾ ਖੋਜ ਸਹਾਇਤਾ ਲਈ ਤਾਲਮੇਲ ਕੀਤਾ। ਦਰਅਸਲ ਇੱਕ 38 ਸਾਲਾ ਔਰਤ, ਉਸਦੇ 3 ਸਾਲਾਂ ਦਾ ਪੁੱਤਰ ਅਤੇ ਉਸਦੇ ਬॉयਫ੍ਰੈਂਡ ਦੇ ਲਾਪਤਾ ਹੋਣ ਦੀ ਖਬਰ ਪਰਿਵਾਰ ਦੇ ਇੱਕ ਮੈਂਬਰ ਵੱਲੋਂ ਦਿੱਤੀ ਗਈ ਸੀ। ਪਰਿਵਾਰਕ ਮੈਂਬਰ ਨੇ ਦੱਸਿਆ ਕਿ ਤਿੰਨੋਂ ਐਮੋਨਾਈਟ ਦੀ ਭਾਲ ਲਈ ਨਿਕਲੇ ਸਨ। ਫਿਰ ਉਹਨਾਂ ਨੂੰ ਇੱਕ ਟੈਕਸਟ ਮਿਲਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਹਨਾਂ ਕੋਲ ਭੋਜਨ ਅਤੇ ਪਾਣੀ ਖਤਮ ਹੋ ਰਿਹਾ ਹੈ। ਮਾਮਲੇ 'ਚ ਲਾਪਤਾ ਹੋਈ ਔਰਤ ਵੱਲੋਂ ਆਪਣੇ ਪਰਿਵਾਰਕ ਮੈਂਬਰ ਨੂੰ ਮੈਸੇਜ ਦਿੱਤਾ ਗਿਆ ਸੀ ਕਿ ਉਹ ਉਹਨਾਂ ਨੂੰ ਲੈਣ ਲਈ ਆ ਜਾਵੇ, ਪਰ ਇਸ ਤੋਂ ਪਹਿਲਾਂ ਉਹ ਲੋਕੇਸ਼ਨ ਦੱਸ ਪਾਉਂਦੀ ਔਰਤ ਦੀ ਫੋਨ ਦੀ ਬੈਟਰੀ ਡੈਡ ਹੋ ਗਈ ਸੀ। ਜਾਣਕਾਰੀ ਮੁਤਾਬਕ ਔਰਤ ਨੇ ਆਪਣੇ ਪਰਿਵਾਰਕ ਮੈਂਬਰ ਨੂੰ ਕਿਹਾ ਸੀ ਕਿ ਉਹ ਫੋਨ ਚਾਰਜ ਕਰਕੇ ਉਸ ਨੂੰ ਫੋਨ ਕਰੇਗੀ, ਪਰ ਉਸ ਤੋਂ ਬਾਅਦ ਮਹਿਲਾ ਵੱਲੋਂ ਕੋਈ ਮੈਸੇਜ ਜਾਂ ਫੋਨ ਨਹੀਂ ਆਇਆ ਸੀ, ਜਿਸ ਨੂੰ ਲੈ ਕੇ ਚਿੰਤਤ ਪਰਿਵਾਰਕ ਮੈਂਬਰ ਨੇ ਪੁਲਿਸ ਨਾਲ ਸੰਪਰਕ ਕੀਤਾ। ਤਿੰਨਾਂ ਦੇ ਮਿਲਣ ਤੋਂ ਬਾਅਦ ਪੁਲਿਸ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਜੋ ਆਪਣੀ ਸਹਾਇਤਾ ਲਈ ਇਸ ਸਹਿਯੋਗੀ ਜਾਂਚ ਵਿੱਚ ਸ਼ਾਮਲ ਹੋਏ। ਅਗਲੀ ਖਬਰ ਵਿਨੀਪੈਗਸ ਹੈਲਥ ਸਾਇੰਸ ਸੈਂਟਰ ਤੋਂ ਹੈ, ਜਿੱਥੇ ਇੱਕ ਵਿਅਕਤੀ ਨੂੰ ਐਕਸੀਡੈਂਟ ਤੋਂ ਬਾਅਦ 10 ਦਿਨ ਪਹਿਲਾਂ ਐਮਰਜੈਂਸੀ ਰੂਮ 'ਚ ਦਾਖਲ ਕੀਤਾ ਗਿਆ ਸੀ, ਪਰ ਹਾਲੇ ਤੱਕ ਪੀੜਿਤ ਵਿਅਕਤੀ ਦੀ ਸਰਜਰੀ ਨਹੀਂ ਕੀਤੀ ਗਈ। ਦਰਅਸਲ ਵਿਅਕਤੀ ਦੀ ਇੱਕ ਐਕਸੀਡੈਂਟ ਵਿੱਚ ਕੋਲਰਬੋਨ ਟੁੱਟ ਗਈ ਅਤੇ ਪਸਲੀਆਂ ਵੀ, ਜਿਸ ਕਰਕੇ ਉਸ ਦੀ ਸਰਜਰੀ ਕੀਤੀ ਜਾਣੀ ਸੀ, ਪਰ ਅਜੇ ਤੱਕ ਉਸ ਦੀ ਸਰਜਰੀ ਨਹੀਂ ਕੀਤੀ ਗਈ। ਜਾਣਕਾਰੀ ਮੁਤਾਬਕ ਪੀੜਤ ਵਿਅਕਤੀ 18 ਅਗਸਤ ਨੂੰ ਆਪਣਾ ਸਕੂਟਰ ਚਲਾ ਰਿਹਾ ਸੀ ਜਦੋਂ ਇੱਕ ਕਾਰ ਨਾਲ ਟਕਰਾਉਣ ਲੱਗਿਆ ਸੀ, ਜਿਸ ਤੋਂ ਬਚਣ ਲਈ ਉਸਨੇ ਇੱਕਦਮ ਆਪਣੇ ਸਕੂਟਰ ਦਾ ਬ੍ਰੇਕ ਲਾਇਆ। ਹਾਲਾਂਕਿ ਉਸ ਦੀ ਟੱਕਰ ਕਾਰ ਨਾਲ ਤੇ ਨਹੀਂ ਹੋਈ, ਪਰ ਅਚਾਨਕ ਸਕੂਟਰ ਰੋਕਣ ਨਾਲ ਉਹ ਡਿੱਗ ਗਿਆ। ਪੀੜਤ ਵਿਅਕਤੀ ਨੇ ਆਪਣੀ ਇੱਕ ਵੀਡੀਓ ਬਣਾਈ ਜਿਸ ਵਿੱਚ ਉਸਨੇ ਸਾਂਝਾ ਕੀਤਾ ਕਿ ਕਿਵੇਂ ਉਸ ਨੂੰ ਰੋਜ਼ ਕਿਹਾ ਜਾਂਦਾ ਹੈ ਕਿ ਉਸ ਦੀ ਸਰਜਰੀ ਕੀਤੀ ਜਾਵੇਗੀ, ਜਿਸ ਲਈ ਉਹ ਰੋਜ਼ ਸਵੇਰ ਤੋਂ ਲੈ ਕੇ ਜਦੋਂ ਤੱਕ ਉਸ ਨੂੰ ਨਹੀਂ ਦੱਸਦੇ ਨਾ ਉਹ ਕੁਝ ਖਾ ਸਕਦਾ ਹੈ ਤੇ ਨਾ ਹੀ ਕੁਝ ਪੀ ਸਕਦਾ ਹੈ, ਪਰ ਹਰ ਸ਼ਾਮ ਉਸ ਨੂੰ ਨਰਸ ਆ ਕੇ ਕਹਿ ਦਿੰਦੀ ਹੈ ਵੀ ਅੱਜ ਵੀ ਤੁਹਾਡੀ ਸਰਜਰੀ ਨਹੀਂ ਹੋਵੇਗੀ। ਪੀੜਤ ਵਿਅਕਤੀ ਨੇ ਦੱਸਿਆ ਕਿ ਉਹ ਪਾਰਟ ਟਾਈਮ ਕੰਮ ਕਰਦਾ ਹੈ ਤੇ ਕੰਮ ਤੇ ਨਾ ਜਾਣ ਕਰਕੇ ਉਸ ਨੂੰ ਤਨਖਾਹ ਨਹੀਂ ਮਿਲੇਗੀ, ਪਰ ਇਸ ਦੀ ਟੈਨਸ਼ਨ ਤੋਂ ਵੱਧ ਉਸ ਦਾ ਕਹਿਣਾ ਹੈ ਕਿ ਇਹ ਸਥਿਤੀ ਉਸ ਦੀ ਮਾਨਸਿਕ ਸਿਹਤ ਤੇ ਬਹੁਤ ਅਸਰ ਕਰ ਰਹੀ ਹੈ। ਵਿਅਕਤੀ ਨੇ ਕਿਹਾ ਕਿ ਉਹ ਬਾਈਪੋਲਰ ਹੈ ਅਤੇ ਉਸ ਨੂੰ ਡਿਪਰੈਸ਼ਨ ਵੀ ਹੈ ਅਤੇ ਇਹਨਾਂ ਹਾਲਾਤਾਂ ਕਰਕੇ ਉਸ ਲਈ ਹਰ ਦਿਨ ਹੋਰ ਖਰਾਬ ਹੁੰਦਾ ਜਾ ਰਿਹਾ ਹੈ, ਜਿਸ ਕਰਕੇ ਉਸ ਦੀ ਮਾਨਸਿਕ ਸਿਹਤ ਵਿਗੜ ਰਹੀ ਹੈ, ਜੋ ਕਿ ਪਹਿਲਾਂ ਨਾਲੋਂ ਵੀ ਮਾੜਾ ਹੈ। ਪੀੜਤ ਵਿਅਕਤੀ ਦਾ ਕਹਿਣਾ ਹੈ ਕਿ ਉਹ ਹਸਪਤਾਲ 'ਚ ਕੰਮ ਕਰਦੀਆਂ ਨਰਸਾਂ ਦੇ ਹਾਲਾਤ ਅਤੇ ਡਾਕਟਰਸ ਦੀ ਮਜਬੂਰੀ ਵੀ ਸਮਝਦਾ ਹੈ ਤੇ ਇਹ ਵੀ ਕਿ ਉਹਦੇ ਨਾਲੋਂ ਹੋਰ ਕਿੰਨੇ ਜ਼ਰੂਰੀ ਆਪਰੇਸ਼ਨ ਹੋਣਗੇ ਜੋ ਡਾਕਟਰਸ ਨੇ ਕਰਨੇ ਹੋਣਗੇ, ਪਰ ਉਸ ਨੂੰ ਹਾਲੇ ਤੱਕ ਇਹ ਨਹੀਂ ਪਤਾ ਕਿ ਡਾਕਟਰਾਂ ਦੀ ਘਾਟ ਕਰਕੇ ਉਸ ਨੂੰ ਅਜੇ ਹੋਰ ਕਿੰਨੇ ਦਿਨ ਆਪਣੀ ਸਰਜਰੀ ਲਈ ਇੰਤਜ਼ਾਰ ਕਰਨਾ ਪਵੇਗਾ। ਕੈਨੇਡਾ ਨੇ ਸੰਯੁਕਤ ਰਾਜ ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਆਪਣੇ LGBT ਨਾਗਰਿਕਾਂ ਲਈ ਇੱਕ ਨਵੀਂ ਯਾਤਰਾ ਚੇਤਾਵਨੀ ਜਾਰੀ ਕੀਤੀ ਹੈ। US ਵਿੱਚ LGBT ਵਿਰੋਧੀ ਵਿਰੋਧ ਪ੍ਰਦਰਸ਼ਨ ਪਿਛਲੇ ਸਾਲ ਤੋਂ 2017 ਦੇ ਮੁਕਾਬਲੇ 30 ਗੁਣਾ ਵੱਧ ਗਏ ਹਨ ਅਤੇ ਇਸ ਦੇ ਨਾਲ ਹੀ LGBT ਅਧਿਕਾਰਾਂ ਨੂੰ ਸੀਮਿਤ ਕਰਨ ਲਈ ਕਾਨੂੰਨੀ ਕਦਮ ਵੀ ਵੱਧ ਰਹੇ ਹਨ, ਜਿਸ ਕਰਕੇ ਗਲੋਬਲ ਅਫੇਅਰਸ ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਕੁਝ ਰਾਜ ਕਾਨੂੰਨ ਉਹਨਾਂ ਦੀਆਂ ਯਾਤਰਾਵਾਂ ਤੇ ਪ੍ਰਭਾਵ ਪਾ ਸਕਦੇ ਹਨ, ਪਰ ਇਹ ਨਹੀਂ ਦੱਸਿਆ ਕਿ ਕਿਹੜੀ ਥਾਵਾਂ ਤੇ ਇਸ ਦਾ ਪ੍ਰਭਾਵ ਵੇਖਣ ਨੂੰ ਮਿਲੇਗਾ। ਅਜਿਹੀਆਂ ਚੇਤਾਵਨੀਆਂ ਆਮ ਤੌਰ ਤੇ ਯੁਗਾਂਡਾ, ਰੂਸ ਜਾਂ ਮਿਸਰ ਵਰਗੇ ਦੇਸ਼ਾਂ ਲਈ ਰਾਖਵੀਆਂ ਹੁੰਦੀਆਂ ਹਨ। ਕੁਝ ਰਾਜਾਂ ਨੇ ਅਜਿਹੀਆਂ ਕਾਨੂੰਨ ਅਤੇ ਨੀਤੀਆਂ ਲਾਗੂ ਕੀਤੀਆਂ ਹਨ ਜੋ 2SLGBTQI+ ਵਿਅਕਤੀਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। 2SLGBTQI+ ਸ਼ਬਦ ਕੈਨੇਡਾ ਵਿੱਚ ਉਹਨਾਂ ਲੋਕਾਂ ਲਈ ਵਿਆਪਕ ਤੌਰ ਤੇ ਵਰਤਿਆ ਜਾਂਦਾ ਹੈ ਜੋ ਆਪਣੇ ਆਪ ਨੂੰ ਟੂ ਸਪਿਰਿਟ, ਲੈਸਬੀਅਨ, ਗੇ, ਬਾਈਸੈਕਸ਼ੂਅਲ, ਟ੍ਰਾਂਸਜੈਂਡਰ, ਕੁਇਰ, ਕੁਐਸਚਨਿੰਗ ਅਤੇ ਇੰਟਰਸੈਕਸ ਮੰਨਦੇ ਹਨ। ਗਲੋਬਲ ਅਫੇਅਰਸ ਕੈਨੇਡਾ ਦੇ ਬੁਲਾਰੇ ਨੇ ਟ੍ਰਾਂਸਜੈਂਡਰ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੇ
ਅਮਰੀਕੀ ਕਾਨੂੰਨਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ 2023 ਦੀ ਸ਼ੁਰੂਆਤ ਤੋਂ ਅਮਰੀਕਾ ਦੇ ਕੁਝ ਰਾਜਾਂ ਨੇ ਡਰੈਗ ਸ਼ੋਅ ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ਪਾਸ ਕੀਤੇ ਹਨ ਅਤੇ ਟਰਾਂਸਜੈਂਡਰ ਭਾਈਚਾਰੇ ਨੂੰ ਲਿੰਗ ਪੁਸ਼ਟੀ ਕਰਨ ਵਾਲੀ ਦੇਖਭਾਲ ਦੀ ਪਹੁੰਚ ਤੋਂ ਅਤੇ ਖੇਡ ਸਮਾਗਮਾਂ ਵਿੱਚ ਭਾਗ ਲੈਣ ਤੋਂ ਰੋਕਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਸਿਲਸਿਲੇ ਵਿੱਚ ਮਾਰਚ ਵਿੱਚ ਟੈਨੇਸੀ ਦੇ ਗਵਰਨਰ ਨੇ ਬੱਚਿਆਂ ਦੇ ਸਾਹਮਣੇ ਡਰੈਗ ਪ੍ਰਦਰਸ਼ਨਾਂ ਤੇ ਪਾਬੰਦੀ ਲਗਾਉਣ ਅਤੇ ਟਰਾਂਸਜੈਂਡਰ ਨੌਜਵਾਨਾਂ ਲਈ ਡਾਕਟਰੀ ਇਲਾਜ ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨਾਂ ਤੇ ਹਸਤਾਖਰ ਕੀਤੇ ਹਨ ਅਤੇ 2 ਮਹੀਨਿਆਂ ਬਾਅਦ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ ਬੱਚਿਆਂ ਨੂੰ ਟਰਾਂਸਜੈਂਡਰ ਮੈਡੀਕਲ ਇਲਾਜ ਕਰਵਾਉਣ ਜਾਂ ਡਰੈਗ ਸ਼ੋਅ ਵਿੱਚ ਜਾਣ ਅਤੇ ਕਲਾਸਰੂਮ ਵਿੱਚ ਇਸ ਦੇ ਸਿਨੋਨਿਮਸ ਦੀ ਵਰਤੋਂ ਤੇ ਪਾਬੰਦੀ ਲਗਾਉਣ ਵਾਲੇ ਬਿੱਲਾਂ ਤੇ ਹਸਤਾਖਰ ਕੀਤੇ। LGBT ਮੁੱਦਿਆਂ ਤੇ ਸੈਂਕੜੇ ਸਮਾਨ ਨਿਯਮ ਸੰਯੁਕਤ ਰਾਜ ਦੇ ਰੂੜੀਵਾਦੀ ਦੁਆਰਾ ਚਲਾਏ ਗਏ ਰਾਜਾਂ ਵਿੱਚ ਪ੍ਰਸਤਾਵਿਤ ਕੀਤੇ ਗਏ ਹਨ। US ਵਿੱਚ LGBT ਭਾਈਚਾਰੇ ਦਾ ਸਭ ਤੋਂ ਵੱਡਾ ਵਕਾਲਤ ਸਮੂਹ ਜੋ ਮਨੁੱਖੀ ਅਧਿਕਾਰਾਂ ਲਈ ਮੁਹਿੰਮ ਚਲਾਉਂਦਾ ਹੈ, ਉਹਨਾਂ ਨੇ ਜੂਨ ਵਿੱਚ ਕਿਹਾ ਸੀ ਕਿ LGBT ਨਾਗਰਿਕ ਅਮਰੀਕਾ ਦੇ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਰਾਜ ਵੱਲੋਂ ਉਹਨਾਂ ਨੂੰ ਕਾਨੂੰਨ ਦਾ ਹਵਾਲਾ ਦੇ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਯੂਕਰੇਨ ਨੇ ਰਾਤ ਦੇ ਸਮੇਂ ਬਹੁਤ ਸਾਰੇ ਡਰੋਨ ਭੇਜ ਕੇ ਵੈਸਟਰਨ ਰਸ਼ੀਆ ਤੇ ਡਰੋਨਾਂ ਰਾਹੀਂ ਹਮਲਾ ਕੀਤਾ। ਰਾਤ 4 ਘੰਟੇ ਤੋਂ ਵੀ ਵੱਧ ਚੱਲੀ ਇਸ ਕਾਰਵਾਈ ਵਿੱਚ ਰੂਸ ਦੀ ਫੌਜੀ ਸੰਪਤੀਆਂ ਤੇ ਹਮਲਾ ਕੀਤਾ ਗਿਆ, ਜਿਸ ਦੀ ਪੁਸ਼ਟੀ ਰੂਸ ਦੇ ਅਧਿਕਾਰੀਆਂ ਅਤੇ ਰੂਸੀ ਮੀਡੀਆ ਵੱਲੋਂ ਕੀਤੀ ਗਈ ਹੈ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਟੌਸ ਨੇ ਐਮਰਜੈਂਸੀ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਡਰੋਨਾਂ ਨੇ ਐਸਟੋਨੀਆ ਅਤੇ ਲਾਤਵੀਆ ਦੇ ਨਾਲ ਰੂਸ ਦੀ ਸਰਹੱਦ ਦੇ ਨੇੜੇ ਇੱਕ ਹਵਾਈ ਅੱਡੇ ਤੇ ਹਮਲਾ ਕੀਤਾ, ਜਿਸ ਨਾਲ ਇੱਕ ਵੱਡੀ ਅੱਗ ਲੱਗ ਗਈ ਅਤੇ 4 IL-76 ਫੌਜੀ ਆਵਾਜਾਈ ਜਹਾਜ਼ਾਂ ਨੂੰ ਨੁਕਸਾਨ ਪਹੁੰਚਾਇਆ। 18 ਮਹੀਨੇ ਪਹਿਲੇ ਰੂਸ ਅਤੇ ਯੂਕਰੇਨ ਵਿਚਾਲੇ ਯੁੱਧ ਸ਼ੁਰੂ ਹੋਣ ਤੋਂ ਬਾਅਦ ਰੂਸੀ ਧਰਤੀ ਤੇ ਇਹ ਯੂਕਰੇਨ ਦਾ ਸਭ ਤੋਂ ਵਿਆਪਕ ਯੂਕਰੇਨੀ ਡਰੋਨ ਹਮਲਾ ਮੰਨਿਆ ਜਾ ਰਿਹਾ ਹੈ, ਜਿਸ ਵਿੱਚ ਘੱਟੋ-ਘੱਟ 6 ਖੇਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਹਾਲਾਂਕਿ ਇਸ ਹਮਲੇ ਵਿੱਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਕ੍ਰੈਮਲਿਨ ਨੇ ਯੂਕਰੇਨ ਦੇ ਵਾਰ-ਵਾਰ ਰੂਸ ਦੇ ਬੇਲਗੋਰੋਡ ਖੇਤਰ ਤੇ ਸਰਹੱਦ ਪਾਰ ਤੋਂ ਘੁਸਪੈਠ ਕਰਨ ਅਤੇ ਮਾਸਕੋ ਵੱਲ ਡਰੋਨ ਲਾਂਚ ਕਰਨ ਦਾ ਦੋਸ਼ ਲਗਾਇਆ ਹੈ। ਇਸ ਮਾਮਲੇ ਵਿੱਚ ਯੂਕਰੇਨੀ ਅਧਿਕਾਰੀਆਂ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ। ਇਸ ਦੌਰਾਨ ਕ੍ਰੈਮਲਿਨ ਦੀਆਂ ਫੌਜਾਂ ਨੇ ਰਾਤ ਦੇ ਸਮੇਂ ਯੂਕਰੇਨ ਦੀ ਰਾਜਧਾਨੀ ਕੀਵ ਤੇ ਡਰੋਨ ਅਤੇ ਮਿਸਾਈਲਾਂ ਨਾਲ ਹਮਲਾ ਕੀਤਾ, ਜਿਸ ਨੂੰ ਯੂਕਰੇਨੀ ਅਧਿਕਾਰੀਆਂ ਨੇ ਵੱਡਾ ਸੰਯੁਕਤ ਹਮਲਾ ਕਿਹਾ ਅਤੇ ਇਸ ਹਮਲੇ ਵਿੱਚ 2 ਲੋਕਾਂ ਦੀ ਵੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਯੂਕਰੇਨ ਦੀ ਜਵਾਬੀ ਕਾਰਵਾਈ ਕਰਕੇ ਰੂਸ ਦੇ ਹਵਾਈ ਹਮਲੇ ਹਾਲ ਹੀ ਵਿੱਚ ਵੱਧ ਗਏ ਹਨ ਅਤੇ ਉੱਥੇ ਹੀ ਰੂਸ ਦੇ ਫੌਜੀ ਪੂਰਬੀ ਕੀਵ ਅਤੇ ਦੱਖਣੀ ਯੂਕਰੇਨ ਵਿੱਚ ਫਰੰਟ ਲਾਈਨਾਂ ਦੇ ਪਿੱਛੇ ਸੰਪਤੀਆਂ ਨੂੰ ਤੇਜ਼ੀ ਨਾਲ ਨਿਸ਼ਾਨਾ ਬਣਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਰਾਤੋਂ-ਰਾਤ ਹੋਏ ਹਮਲਿਆਂ ਵਿੱਚ ਯੂਕਰੇਨ ਦੀ ਸਰਹੱਦ ਦੇ ਉੱਤਰ ਵਿੱਚ ਲਗਭਗ 700 ਕਿਲੋਮੀਟਰ ਅਤੇ ਮਾਸਕੋ ਤੋਂ 700 ਕਿਲੋਮੀਟਰ ਪੱਛਮ ਵਿੱਚ ਰੂਸ ਦੇ ਪਸਕੋਵ ਖੇਤਰ ਦੇ ਹਵਾਈ ਅੱਡੇ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਿਆ ਹੈ। ਅੱਜ ਦੀਆਂ ਖਬਰਾਂ ਦੇ ਵਿੱਚ ਇੰਨਾ ਹੀ। ਨਵੀਆਂ ਖਬਰਾਂ ਦੇ ਨਾਲ ਮੁੜ ਤੋਂ ਹਾਜ਼ਰ ਹੋਵਾਂਗੇ। ਤੁਸੀਂ ਵੇਖਦੇ ਰਹੋ BTV, ਬੀ ਪੋਜ਼ਿਟਿਵ, ਬੀ ਯੋਰਸੈਲਫ।